Good morning students. In this video we will discuss about determiners. So let's get started. So first before doing its classification and its types, further explanation, first we should know that what are determiners. So it is a word refer to a thing that comes before a noun. ਕਹਿੰਦੇ ਇਹ ਉਹ ਵਾਲਾ ਵਰਡ ਹੁੰਦਾ ਆ ਜਿਹੜਾ ਰੈਫਰ ਟੂ ਆ ਥਿੰਗ, ਕਿਸ ਚੀਜ਼ ਨੂੰ ਰੈਫਰ ਕਰਦਾ ਆ ਦੈਟ ਕਮਸ ਬਿਫੋਰ ਆ ਨਾउन, ਜਿਹੜੀ ਕਿ ਨਾउन ਤੋਂ ਪਹਿਲਾਂ ਜਿਹੜਾ ਵੀ ਕੋਈ ਵਰਡ ਆਉਂਦਾ ਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਡਿਟਰਮੀਨਰਸ। ਠੀਕ ਹੈ, ਹੁਣ ਇੱਥੇ ਇੱਕ ਡਿਫਰੈਂਸ ਦੱਸਿਆ ਗਿਆ ਆ। ਐਨ ਐਰੋਪਲੇਨ, ਯਾਨੀ ਆਪਾਂ ਐਰੋਪਲੇਨ ਦੀ ਗੱਲ ਕਰਦੇ ਪਏ ਆ, ਐਨ ਸਾਡਾ ਡਿਟਰਮੀਨਰ ਹੋ ਗਿਆ। ਬਟ ਜੇ ਮੈਂ ਗੱਲ ਕਰਾਂ ਦ ਬੈਸਟ ਗਰਲ, ਠੀਕ ਹੈ, ਤਾਂ ਡਿਟਰਮੀਨਰ ਹੀ ਹੁੰਦਾ ਆ। ਬਟ ਅਗਰ ਇਹ ਐਡਜੈਕਟਿਵ ਤੋਂ ਪਹਿਲਾਂ ਆ ਰਿਹਾ, ਇਹ ਸਾਡਾ ਹੈਗਾ ਆ ਐਡਜੈਕਟਿਵ, ਗਰਲ ਹੁੰਦੀ ਹੈ ਨਾउन। ਠੀਕ ਹੈ, ਅਤੇ ਐਰੋਪਲੇਨ ਵੀ ਸਾਡਾ ਕੀ ਸੀਗਾ ਨਾउन। ਠੀਕ ਹੈ, ਅਤੇ ਇਹ ਵਾਲਾ ਦ ਫਿਰ ਜਿਹੜਾ ਵਾ ਇਹ ਡਿਟਰਮੀਨਰ ਆਪਾਂ ਇਹਨੂੰ ਨਹੀਂ ਕਹਿ ਸਕਦੇ ਕਿਉਂਕਿ ਇਹ ਐਡਜੈਕਟਿਵ ਤੋਂ ਪਹਿਲਾਂ ਆਇਆ ਆ। ਠੀਕ ਹੈ, ਅਗਰ ਕੱਲਾ ਦ ਗਰਲ ਹੁੰਦਾ ਫਿਰ ਆਪਾਂ ਕਹਿ ਸਕਦੇ ਸੀ ਦੈਟ ਦਿਸ ਦ ਇਜ਼ ਡਿਟਰਮੀਨਰ। ਆਲ ਰਾਈਟ, ਮਤਲਬ ਕਹਿਣ ਦਾ ਇਹੀ ਆ ਕਿ ਨਾउन ਤੋਂ ਪਹਿਲਾਂ ਕੋਈ ਵੀ ਆਵੇ ਚੀਜ਼, ਏ ਐਨ ਦ, ਠੀਕ ਹੈ, ਦਿਸ ਦੈਟ, ਇਹ ਸਾਰੇ ਆਪਾਂ ਇਹਨਾਂ ਨੂੰ ਕਹਿ ਸਕਦੇ ਹਾਂ ਡਿਟਰਮੀਨਰਸ ਆ। ਠੀਕ ਹੈ, ਅੱਗੇ ਉਹ ਗੱਲ ਕਰਦੇ ਆ ਇਟ ਆਲਸੋ ਇੰਡੀਕੇਟਸ ਵੈਦਰ ਵੀ ਆਰ ਰੈਫਰਿੰਗ ਟੂ ਵਨ ਥਿੰਗ ਔਰ ਸੈਵਰਲ ਥਿੰਗਸ। ਇੱਕ ਚੀਜ਼ ਇਹਦੇ 'ਚ ਹੋਰ ਹੁੰਦੀ ਆ ਕਿ ਆਪਾਂ ਜਿਹੜੀ ਵੀ ਚੀਜ਼ ਨੂੰ ਰੈਫਰ ਕਰ ਰਹੇ ਹਾਂ ਉਹਦਾ ਨੰਬਰ ਦੱਸਦੀ ਆ ਕਿ ਉਹ ਇੱਕ ਚੀਜ਼ ਆ ਜਾਂ ਸੈਵਰਲ ਆ। ਠੀਕ ਹੈ, ਜਿੱਦਾਂ ਮੈਂ ਕਹਾਂ ਮੈਨੀ ਗਰਲਸ, ਅ ਗਰਲ, ਠੀਕ ਹੈ, ਇੱਥੋਂ ਪਤਾ ਲੱਗਦਾ ਵਾ ਕਿ ਨੰਬਰ ਕਿੰਨਾ ਕਿਸੇ ਚੀਜ਼ ਦਾ ਜਾਂ ਨਾउन ਦਾ। ਠੀਕ ਹੈ, okay, next further we will discuss about its classification means its kinds or its types. So determiners, basically in your book there are 6 types of determiners. The first one is interrogative, second is exclamatory, third is quantifier, fourth is possessive, fifth is articles, and the last one is demonstratives. The first we are gonna discuss, that is interrogative sentences or interrogative determiners you may call. The first is what, which ਐਂਡ ਹੂਜ਼। ਸਾਨੂੰ ਪਤਾ ਕਿ ਇੰਟੈਰੋਗੇਟਿਵ ਜਿਹੜੇ ਹੁੰਦੇ ਆ ਉਹ ਕੁਐਸਚਨਸ ਹੁੰਦੇ ਆ। ਠੀਕ ਹੈ, ਬਟ ਇਹ ਵਾਲੇ ਵਰਡਸ ਜਿਹੜੇ ਹੁੰਦੇ ਆ ਇੰਟੈਰੋਗੇਟਿਵ ਡਿਟਰਮੀਨਰਸ ਆ। ਕਿੱਦਾਂ ਆਪਾਂ ਕਹਿ ਸਕਦੇ ਹਾਂ ਕਿ ਇਹ ਡਿਟਰਮੀਨਰਸ ਆ, ਵਟ ਤੋਂ ਬਾਅਦ ਨਾउन ਆਉਣਾ ਚਾਹੀਦਾ, ਵਿਚ ਤੋਂ ਬਾਅਦ ਨਾउन ਆਉਣਾ ਚਾਹੀਦਾ, ਹੂਜ਼ ਤੋਂ ਬਾਅਦ ਨਾउन ਆਉਣਾ ਚਾਹੀਦਾ। ਹੂਜ਼ ਹਾਊਸ ਇਜ਼ ਦਿਸ, ਹਾਊਸ ਜਿਹੜਾ ਨਾउन ਆ, ਠੀਕ ਹੈ, ਕਿਸੇ ਚੀਜ਼ ਦਾ ਨਾਮ ਹੈ। ਵਟ ਆਰ ਡਰੈਸ, ਠੀਕ ਹੈ, ਕਿ ਡਰੈਸ ਕਿੰਨੀ ਵਧੀਆ ਆ। ਵਿਚ ਦਾ, ਵਿਚ ਬੁੱਕ ਇਜ਼ ਯੋਰਸ, ਠੀਕ ਹੈ, ਬੁੱਕ ਇੱਕ ਕਹਿ ਲਓ ਨਾਮ ਹੈ ਜਾਂ ਨਾउन ਹੈ। ਠੀਕ ਹੈ, ਇਸ ਹਿਸਾਬ ਨਾਲ ਜਿਹੜੇ ਆ ਇਹ ਡਿਟਰਮੀਨਰਸ ਦਾ ਯੂਜ਼ ਹੁੰਦਾ ਆ। ਨੈਕਸਟ ਇਜ਼ ਐਕਸਕਲਾਮੇਟਰੀ। ਐਕਸਕਲਾਮੇਟਰੀ ਦਾ ਸਾਨੂੰ ਪਤਾ ਹੈ ਕਿ ਜਦੋਂ ਕੋਈ ਸਰਪ੍ਰਾਈਜ਼ ਜਾਂ ਹੈਰਾਨੀ ਵਾਲੀ ਫੀਲਿੰਗ ਹੁੰਦੀ ਆ, ਉਹ ਵਾਲੇ ਸੈਂਟੈਂਸਿਸ ਜਾਂ ਜਿਹੜੇ ਵਰਡਸ ਉਹਨਾਂ ਦੇ ਯੂਜ਼ ਹੁੰਦੇ ਆ ਉਹਨਾਂ ਨੂੰ ਆਪਾਂ ਐਕਸਕਲਾਮੇਟਰੀ ਕਹਿ ਦਿੰਦੇ ਹਾਂ। ਡਿਟਰਮੀਨਰਸ ਇਹ ਉਦੋਂ ਬਣਦੇ ਆ ਜਦੋਂ ਇਹਨਾਂ ਦੇ ਨਾਲ ਨਾउन ਲੱਗ ਜਾਂਦਾ। ਵਟ ਆ ਡਰੈਸ, ਸੱਚ ਪੀਪਲ, ਠੀਕ ਹੈ, ਇਵੇਂ ਕਰਕੇ। ਨੈਕਸਟ ਥਰਡ ਹੈਗਾ ਕੁਆਂਟੀਫਾਇਰਸ। ਕੁਆਂਟੀਫਾਇਰਸ ਇਜ਼ ਡਿਰਾਈਵਡ ਫਰੋਮ ਦਾ ਵਰਡ ਕੁਆਂਟਿਟੀ। ਕੁਆਂਟਿਟੀ ਦਾ ਮਤਲਬ ਹੁੰਦਾ ਜਿਹੜੀ ਚੀਜ਼ ਨੂੰ ਆਪਾਂ ਨੰਬਰਸ ਵਿੱਚ ਕਾਊਂਟ ਨਹੀਂ ਕਰ ਸਕਦੇ, ਉਹਨੂੰ ਨਾਪ ਤੋਲ ਸਕਦੇ ਹਾਂ। ਉਹਨਾਂ ਦੇ ਲਈ ਵਰਡਸ ਜਿਹੜੇ ਯੂਜ਼ ਹੁੰਦੇ ਦੈਟ ਆਰ ਕਾਲਡ ਕੁਆਂਟੀਫਾਇਰ ਡਿਟਰਮੀਨਰਸ। ਠੀਕ ਹੈ, ਸਮ, ਐਨੀ, ਈਚ, ਐਵਰੀ। ਠੀਕ ਹੈ, ਸਮ ਦਾ ਮਤਲਬ ਕੁਝ, ਐਨੀ ਦਾ ਮਤਲਬ, ਐਨੀ ਵਰਡ ਉਦੋਂ ਯੂਜ਼ ਹੁੰਦਾ ਬੱਚੇ ਜਦੋਂ ਆਪਾਂ ਨੈਗੇਟਿਵ ਸੈਂਟੈਂਸ ਦੀ ਗੱਲ ਕਰਦੇ ਹਾਂ। ਜਿੱਥੇ ਨੋਟ, ਨੋ ਹੋਏਗਾ ਉੱਥੇ ਆਪਾਂ ਐਨੀ ਯੂਜ਼ ਕਰਾਂਗੇ। ਈਚ ਹਰ ਇੱਕ ਜਾਣਾ, ਐਵਰੀ ਸਾਰੇ ਜਾਣੇ। ਈਦਰ ਯੂਜ਼ ਹੁੰਦਾ ਜਦੋਂ ਦੋ ਚੋਇਸਿਸ ਹੋਣ ਸਾਡੇ ਸਾਹਮਣੇ। ਨਾਈਦਰ ਜਦੋਂ ਕੋਈ ਵੀ ਚੀਜ਼ ਆਪਾਂ ਚੂਜ਼ ਨਾ ਕਰਨੀ ਹੋਵੇ ਦੋ ਚੀਜ਼ਾਂ ਦੇ ਵਿੱਚੋਂ। ਫਿਊ ਯੂਜ਼ ਹੁੰਦਾ ਆ ਕਾਊਂਟੇਬਲਸ ਦੇ ਨਾਲ। ਠੀਕ ਹੈ, ਲਿਟਲ ਯੂਜ਼ ਹੁੰਦਾ ਆ ਅਨਕਾਊਂਟੇਬਲਸ ਦੇ ਨਾਲ। ਸੈਵਰਲ ਕੁਝ ਲੋਕ ਜਿਹੜੇ ਜਿਨ੍ਹਾਂ ਦੇ ਵਿੱਚ ਆਪਾਂ ਮਤਲਬ ਕੁਝ ਚੀਜ਼ਾਂ ਨੂੰ ਚੂਜ਼ ਕਰੀਏ ਜਾਂ ਕੁਝ ਪੀਪਲ ਨੂੰ ਚੂਜ਼ ਕਰੀਏ, ਉਦੋਂ ਆਪਾਂ ਯੂਜ਼ ਕਰਦੇ ਹਾਂ ਸੈਵਰਲ। ਮੈਨੀ ਜਿਹੜਾ ਯੂਜ਼ ਹੁੰਦਾ ਆ ਜਦੋਂ ਜ਼ਿਆਦਾ ਨੰਬਰਸ ਹੋਣ, ਕਾਊਂਟੇਬਲ ਦੇ ਲਈ ਯੂਜ਼ ਹੁੰਦਾ ਆ। ਠੀਕ ਹੈ, ਅਤੇ ਜਿਹੜਾ ਮਚ ਹੁੰਦਾ ਆ, ਮਚ ਇਜ਼ ਯੂਜ਼ਡ ਫॉर ਦ ਕੁਆਂਟੀਟੀਜ਼। ਨੈਕਸਟ ਆਰ ਦ ਪੋਜ਼ੈਸਿਵਸ। ਪੋਜ਼ੈਸਿਵ ਇਜ਼ ਡਿਰਾਈਵਡ ਫਰੋਮ ਦਾ ਵਰਡ ਪੋਜ਼ੈਸ਼ਨ। ਪੋਜ਼ੈਸ਼ਨ ਦਾ ਮਤਲਬ ਜਾਂ ਪੋਜ਼ੈਸਿਵ ਦਾ ਮਤਲਬ ਹੁੰਦਾ ਕੋਈ ਚੀਜ਼ ਕਿਸੇ ਕੋਲ ਹੋਣਾ। ਠੀਕ ਹੈ, ਜਾਂ ਕੋਈ ਚੀਜ਼ ਕਿਸੇ ਨਾਲ ਕਨੈਕਟਿਡ ਹੋਣਾ। ਠੀਕ ਹੈ, ਹੁਣ ਜਿੱਦਾਂ ਮੈਂ ਕਹਾਂ
ਫਸਟ ਵਨ ਇਜ਼ ਮਾਈ ਬੁੱਕ यानी मेरी बुक, अवर स्कूल साडा स्कूल, हिज ब्रदर उसका ब्रदर, ठीक है। देयर्स यूज़ करते जो ज़्यादा जणियां की गल होवे, दे मतलब ज़्यादा जाने, तो पंजाबी च आपां कहांगे ओह, ठीक है। देयर हाउस, उन्हां दा हाउस, ठीक है। नैक्सट आर्टिकल्स ए एंड द, ठीक है। डैमोनस्ट्रेटिव्स हुंदे आ ਜਦੋਂ ਆਪਾਂ ਕਿਸੇ ਚੀਜ਼ ਨੂੰ ਇਸ਼ਾਰਾ ਕਰਕੇ ਦੱਸਣਾ ਹੋਵੇ ਕਿ ਆਹ ਚੀਜ਼ ਇੱਥੇ ਆ ਜਾਂ ਉੱਥੇ ਆ, ਠੀਕ ਹੈ। ਕਹਿ ਲਓ ਕਿ ਫਾਰ ਆ ਜਾਂ ਫਿਰ ਨੀਅਰ ਆ, ਲਾਗੇ ਆ ਜਾਂ ਦੂਰ ਆ। ਦਿਸ ਅਤੇ ਦੈਟ ਬੋਥ ਆਰ ਯੂਜ਼ਡ ਫॉर ਸਿੰਗੂਲਰ ਥਿੰਗਸ, ਯਾਨੀ ਇੱਕ ਚੀਜ਼ ਜਿਹਦੀ ਜਦੋਂ ਆਪਾਂ ਗੱਲ ਕਰੇ ਉਦੋਂ ਯੂਜ਼ ਹੋਣੇ। ਦਿਸ ਜਦੋਂ ਕੋਈ ਚੀਜ਼ ਤੁਹਾਡੇ ਲਾਗੇ ਆ ਅਤੇ ਸਿੰਗੂਲਰ ਆ, ਦੈਟ ਜਦੋਂ ਦੂਰ ਆ ਅਤੇ ਸਿੰਗੂਲਰ ਆ। ਦੀਜ਼ ਐਂਡ ਦੋਜ਼ ਬੋਥ ਆਰ ਯੂਜ਼ਡ ਫॉर ਪਲੂਰਲਸ, ठीक है। दीज एंड दोज आर यूज फॉर द प्लूरल्स। दीज हुंदा जदों चीज़ां तुहाडे कोल होण, फॉर एग्जाम्पल आ चीज़ां ज़्यादियां जानियां आ, ठीक है। इन्हां दे लई मैं वरतूँगी दीज। ये चीज़ां नूं मैं दूर करदा, मैं कहूँगी दोज, ठीक है। एक चीज़ मेरे कोल आ दिस पेन, दूर आ दैट पेन, ठीक है। इस तरीके नाल डैमोनस्ट्रेटिव समझ सकदे हो। ए एंड एन जिहड़े हुंदे आ ना, ਇਹ ਹੁੰਦੇ ਇਨਡੈਫੀਨੇਟ, ਦ ਹੁੰਦਾ ਆ ਡੈਫੀਨੇਟ, ਖਾਸ ਚੀਜ਼ ਲਈ ਵਰਤਿਆ ਜਾਂਦਾ ਆ, ਅਤੇ ਇਹ ਜਿਹੜਾ ਵਾ ਆਮ ਚੀਜ਼ਾਂ ਦੇ ਲਈ ਵਰਤੇ ਜਾਂਦੇ ਏ ਐਂਡ ਦ। ਇਹਨਾਂ ਦੋਵਾਂ 'ਚ ਡਿਫਰੈਂਸ ਇਹੀ ਹੈ ਕਿ ਐਨ ਇਜ਼ ਯੂਜ਼ਡ ਵਿਦ ਦ ਵੋਵਲਸ ਐਂਡ ਇਟ ਇਜ਼ ਯੂਜ਼ਡ ਵਿਦ ਦ ਕੌਨਸੋਨੈਂਟ। ਦ ਉਦੋਂ ਯੂਜ਼ ਕੀਤਾ ਜਾਂਦਾ ਆ ਜਦੋਂ ਕਿਸੇ ਖਾਸ ਚੀਜ਼ ਦੀ ਗੱਲ ਕਰੋ ਜਾਂ ਸੈਕਿੰਡ ਟਾਈਮ ਗੱਲ ਕਰੋ, ਠੀਕ ਹੈ। ਓਕੇ, ਦ ਫਸਟ type that we are gonna discuss is the articles. It is a type of a determiner, and articles are basically of two types, indefinite and definite. Indefinite च दो articles होंदे आ, a an, definite च the, ठीक है। फस्ट a and an ਜਿਹੜੇ ਉਹ ਕਿਵੇਂ यूज़ ਹੁੰਦੇ ਆ ਬੱਚੇ, a ਜਿਹੜਾ यूज़ ਹੁੰਦਾ ਨਾ, it is used before a consonant। ਹੁਣ ਕੰਸੋਨੈਂਟ ਤੇ ਵੋਵਲਸ ਦਾ ਕੀ ਫਰਕ ਹੁੰਦਾ ਆ? ਵੋਵਲਸ ਹੁੰਦੇ ਆ ਏ ਆਈ ਈ ਓ ਯੂ, ਜਾਂ ਅਗਰ ਮੈਂ ਤੁਹਾਨੂੰ ਪੰਜਾਬੀ ਭਾਸ਼ਾ 'ਚ ਕਹਾਂ ਸਭ ਤੋਂ ਸੌਖਾ ਤਰੀਕਾ ਆ, ਜਿਨ੍ਹਾਂ ਦੇ ਵਿੱਚ ਊੜੇ ਐੜੇ ਅਤੇ ਈੜੀ ਦੀ ਆਵਾਜ਼ ਨਿਕਲਦੀ ਹੋਵੇ ਨਾ, ਉਹ ਉਹਨਾਂ ਦੇ ਸਟਾਰਟਿੰਗ ਦੇ ਵਿੱਚ ਅਗਰ ਇਹ ਸਾਊਂਡ ਨਿਕਲਦੀ ਪਈ ਆ, ਠੀਕ ਹੈ, ਅਤੇ ਉਹ ਤੁਹਾਡੇ ਵੋਵਲਸ ਹੋਣਗੇ। ਕੰਸੋਨੈਂਟਸ ਇਹਨਾਂ ਨੂੰ ਛੱਡ ਕੇ ਬਾਕੀ ਜਿਹੜੇ ABC ਦੇ ਲੈਟਰਸ ਬਚਦੇ ਆ, ਦੈਟ ਆਰ ਕੌਨਸੋਨੈਂਟਸ, ਠੀਕ ਹੈ। ਹੁਣ ਕਈ ਵਾਰੀ ਪਤਾ ਕੀ ਹੁੰਦਾ ਆ, ਐਚ ਸਾਈਲੈਂਟ ਹੁੰਦਾ ਆ ਜਾਂ ਹੋਰ ਕੋਈ ਚੀਜ਼ਾਂ ਸਾਈਲੈਂਟ ਹੁੰਦੀਆਂ। ਮੰਨ ਲਓ ਮੈਂ ਯੂਨੀਵਰਸਿਟੀ ਲਿਖ ਰਹੀ ਹਾਂ, ਠੀਕ ਹੈ, ਤੁਸੀਂ ਕਹਿਣਾ ਤਾਂ ਹੈਗਾ ਕਿ ਇਹ ਵੋਵਲ ਆ, ਐਚ ਵੀ ਕੰਸੋਨੈਂਟ ਆ ਅਤੇ ਆਪਾਂ ਇੱਥੇ ਐਨ ਲਗਾ ਦਾਂਗੇ, ਬਟ ਇਵੇਂ ਨਹੀਂ ਹੁੰਦਾ। ਜੇ ਮੈਂ ਕਹਾਂ ਐਚ ਤੋਂ ਤੁਸੀਂ ਬੋਲੋ ਆਵਰ, ਠੀਕ ਹੈ, ਆਵਰ ਐੜੇ ਤੋਂ ਸਟਾਰਟ ਹੋ ਰਿਹਾ ਆ। ਯੂਨੀਵਰਸਿਟੀ ਊੜੇ ਐੜੇ ਈੜੀ ਦੀ ਸਾਊਂਡ ਕਿਤੇ ਨਹੀਂ ਆ ਰਹੀ, ਯਈਏ ਦੀ ਆਵਾਜ਼ ਆ ਰਹੀ ਹੈ ਯੂਨੀਵਰਸਿਟੀ 'ਚ, ਇੱਥੇ ਆਪਾਂ ਅ ਯੂਨੀਵਰਸਿਟੀ ਜਾਂ ਦ ਯੂਨੀਵਰਸਿਟੀ ਲਗਾਵਾਂਗੇ, ਅਤੇ ਇਹ ਹੈਗਾ ਤੇ ਕੌਨਸੋਨੈਂਟ ਆ, ਬਟ ਊੜੇ ਐੜੇ ਈੜੀ ਦੀ ਆਵਾਜ਼ 'ਚੋਂ ਇੱਕ ਆਵਾਜ਼ ਨਿਕਲ ਰਹੀ ਆ ਅਤੇ ਆਪਾਂ ਲਗਾ ਦੇਣਾ ਐਨ ਆਵਰ, ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਇਹ ਚੀਜ਼ ਨੂੰ ਸਮਝ ਸਕਦੇ ਹੋ। ਅੱਗੇ ਦ ਦੀ ਗੱਲ ਕੀਤੀ ਆ, ਬਿਗਿਨਿੰਗ ਆਫ ਦਾ ਨਾਊਨ, ਮਤਲਬ ਨਾਊਨ ਤੋਂ ਪਹਿਲਾਂ ਲੱਗਦਾ ਆ ਦ, ਰੈਫਰਸ ਟੂ ਸਮਵਨ ਔਰ ਸਮਥਿੰਗ ਦੈਟ ਇਜ਼ ਆਲਰੇਡੀ ਮੈਨਸ਼ਨਡ ਔਰ ਆਈਡੈਂਟੀਫਾਈਡ। ਮਤਲਬ ਕਿ ਕੋਈ ਚੀਜ਼ ਜਿਹਦੇ ਬਾਰੇ ਸਾਨੂੰ ਪਹਿਲਾਂ ਹੀ ਆਪਾਂ ਗੱਲ ਕਰ ਚੁੱਕੇ ਹਾਂ ਜਾਂ ਪਹਿਚਾਣ ਚੁੱਕੇ ਹਾਂ ਨਾ, ਉੱਥੇ ਆਪਾਂ ਦ ਲਗਾ ਦਿੰਦੇ ਹਾਂ। ਇਹ ਨਹੀਂ ਵੇਖਦੇ ਕਿ ਉੱਥੇ ਕਹਿ ਲਓ ਕਿ ਕੋਈ ਖਾਸ ਚੀਜ਼ ਆ ਅਤੇ ਫਿਰ ਹੀ ਲਗਾਉਣਾ ਆ। ਹੁਣ ਇਹ ਚੀਜ਼ ਨੂੰ ਕਲੀਅਰ ਕਰਨ ਲਈ ਸੈਂਟੈਂਸ ਆ, ਅ ਬੋਏ ਵੈਂਟ ਫॉर ਅ ਵਾਕ, ਦ ਬੋਏ ਕੇਮ ਬੈਕ ਸੂਨ। ਕੀ ਦੇਖ ਰਹੇ ਹੋ ਤੁਸੀਂ ਇੱਥੇ? ਅ ਬੋਏ ਵੈਂਟ ਫॉर ਅ ਵਾਕ, ਆਪਾਂ ਪਹਿਲੇ ਫਸਟ ਟਾਈਮ ਗੱਲ ਕੀਤੀ ਲੜਕੇ ਦੀ ਕਿ ਉਹ ਵਾਕ ਲਈ ਗਿਆ। ਜਦੋਂ ਆਪਾਂ ਦੂਜੀ ਵਾਰ ਉਸੇ ਲੜਕੇ ਦੀ ਗੱਲ ਕਰਨੀ ਆ, ਦ ਬੋਏ ਕੇਮ ਬੈਕ ਸੂਨ, ਅਤੇ ਉਹ ਬੋਏ ਜਿਹੜਾ ਮਤਲਬ ਘਰ ਵਾਪਸ ਆ ਗਿਆ। ਪਹਿਲੇ 'ਚ ਆਪਾਂ ਉਹ ਬੋਏ ਦੀ ਗੱਲ ਫਿਰ ਪਹਿਲੀ ਵਾਰੀ ਕੀਤੀ ਆ, ਫਿਰ ਆਪਾਂ ਸੈਂਟੈਂਸ 'ਚ ਦੂਸਰੀ ਵਾਰੀ ਕਰ ਰਹੇ ਹਾਂ। ਇੱਥੇ ਕੀ ਹੋਇਆ, ਅ ਬੋਏ ਆ ਗਿਆ, ਦੂਜੀ ਵਾਰੀ ਗੱਲ ਕੀਤੀ ਅਤੇ ਉਹਦਾ ਕੀ ਬਣ ਗਿਆ, ਦ ਬੋਏ, ਠੀਕ ਹੈ। ਹੁਣ ਇਹਨਾਂ ਦੇ ਯੂਜ਼ਿਸ ਜਿਹੜੇ ਆ ਉਹ ਕਿੱਦਾਂ ਆ? ਇਨਡੈਫੀਨਿਟ ਸੈਂਟੈਂਸ ਇਨਡੈਫੀਨਿਟ ਆਰਟੀਕਲਸ ਜਿਹੜੇ ਹੁੰਦੇ ਏ ਐਂਡ ਦ, ਉਹ ਕਿਹਦੇ ਨਾਲ ਯੂਜ਼ ਹੁੰਦੇ ਆ? ਪਹਿਲਾ ਪੁਆਇੰਟ ਹੈਗਾ ਆ ਸਿੰਗੂਲਰ ਨਾਊਨ ਵਿਚ ਇਜ਼ ਕਾਊਂਟੇਬਲ, ਜਿਹੜੀ ਚੀਜ਼ ਨੂੰ ਆਪਾਂ ਗਿਣ ਸਕਦੇ ਹਾਂ ਅਤੇ ਇੱਕ ਵਾ ਉਹਦੇ ਨਾਲ ਲਗਾਵਾਂਗੇ। ਫੋਰ ਐਗਜ਼ਾਮਪਲ ਇਹ ਪੈਨ ਆ, ਠੀਕ ਹੈ, ਪੈਨ ਆ, ਪੈਨਸਿਲ ਆ, ਇਹ ਇੱਕ ਚੀਜ਼ ਵਾ
ਤੇ ਇਹਨੂੰ ਮੈਂ ਗਿਣ ਵੀ ਸਕਦੀ ਹਾਂ, ਮੇਰੇ ਸਾਹਮਣੇ 2 ਪਏ ਹੋਣ ਤੇ ਮੈਂ ਇਹਨਾਂ ਨੂੰ ਕਾਊਂਟ ਕਰ ਸਕਦੀ ਹਾਂ। ਤੇ ਕਹਿੰਦੇ ਇਹਨਾਂ ਲਈ ਯੂਜ਼ ਹੁੰਦਾ ਆ ਪੈਨ, ਠੀਕ ਹੈ, ਪੈਨਸਿਲ, ਇਸ ਤਰੀਕੇ ਨਾਲ। ਤੇ ਐਨ ਵੀ ਉਹਦੇ ਨਾਲ ਯੂਜ਼ ਹੋ ਸਕਦਾ, ਬਟ ਸ਼ਰਤ ਇਹ ਆ ਕਿ ਸਟਾਰਟਿੰਗ 'ਚ ਵਾਵਲ ਹੋਵੇ ਫਿਰ ਐਨ ਲੱਗੇਗਾ, ਠੀਕ ਹੈ। ਫੋਰ ਐਗਜ਼ਾਮਪਲ ਦਿਸ ਇਜ਼ ਅ ਇੰਕ, ਠੀਕ ਹੈ, ਸੋਰੀ ਦਿਸ ਇਜ਼ ਐਨ ਇੰਕ। ਮੈਂ ਇੰਕ ਦੀ ਗੱਲ ਕਰ ਰਹੀ ਹਾਂ ਤੇ ਈਡੀ ਦੀ ਆਵਾਜ਼ ਕਰ ਰਹੀ ਆ, ਤੇ ਮੈਂ ਕਹਿ ਸਕਦੀ ਐਨ ਇੰਕ, ਠੀਕ ਹੈ। ਇੰਕ ਨਹੀਂ ਕਹੂੰਗੀ, ਐਨ ਇੰਕ ਕਹੂੰਗੀ। ਨੈਕਸਟ ਸੈਕਿੰਡ ਹੈਗਾ ਆ ਪ੍ਰੋਫੈਸ਼ਨਸ ਹੁੰਦੇ ਆ ਕਿੱਤੇ, ਪੰਜਾਬੀ 'ਚ ਆਪਾਂ ਕਹਿ ਸਕਦੇ ਹਾਂ ਕਿੱਤੇ, ਠੀਕ ਹੈ। ਯਾਨੀ ਟੀਚਰ, ਅਗਰ ਅਧਿਆਪਕ ਦੀ ਗੱਲ ਕਰ ਰਹੇ ਹਾਂ ਟੀਚਰ, ਐਨ ਇੰਜੀਨੀਅਰ, ਈ ਹੈਗਾ ਸੀ ਵੋਬਲ, ਇਸ ਕਰਕੇ ਐਨ ਲੱਗਾ। ਥਰਡ ਹੈਗਾ ਆ ਸਮ ਨਿਊਮੈਰੀਕਲ ਐਕਸਪ੍ਰੈਸ਼ਨਸ, ਯਾਨੀ ਕਿ ਨੰਬਰਸ ਦੇ ਵਿੱਚ ਜਿਹੜੀਆਂ ਵੀ ਐਕਸਪ੍ਰੈਸ਼ਨਸ ਦਿੱਤੀਆਂ ਗਈਆਂ ਹੁਣ ਉਹਨਾਂ ਦੇ ਵਿੱਚ ਵੀ ਆਪਾਂ ਏ ਤੇ ਐਨ ਦਾ ਯੂਜ਼ ਕਰਾਂਗੇ, ਦਾ ਨਹੀਂ ਕਰਦੇ। ਡਜ਼ਨ ਯਾਨੀ ਦਰਜਨ ਦੇ ਲਈ। 100 ਜਿਹੜਾ ਆ ਇੱਕ ਪ੍ਰਾਈਜ਼ ਹੁੰਦਾ ਆ, ਅਮਾਊਂਟ ਹੁੰਦਾ ਆ, ਠੀਕ ਹੈ, ਉਹਦੇ ਲਈ ਵੀ ਆਪਾਂ ਯੂਜ਼ ਕਰਾਂਗੇ। ਜਾਂ ਅਗਰ ਵੋਵਲ ਤੋਂ ਸਟਾਰਟ ਹੋ ਰਿਹਾ ਤੇ ਐਨ, ਠੀਕ ਹੈ। ਫੋਰਥ ਹੈਗਾ ਪ੍ਰਾਈਜ਼ ਡਿਸਟੈਂਸ ਰੇਸ਼ੀਓ। ਪ੍ਰਾਈਜ਼ ਮਤਲਬ ਕੀਮਤ, ਡਿਸਟੈਂਸ ਮਤਲਬ ਕਿਲੋਮੀਟਰ ਜਾਂ ਕਹਿ ਲਓ ਮੀਟਰ, ਠੀਕ ਹੈ, ਉਹਦੇ ਲਈ। ਅਤੇ ਰੇਸ਼ੀਓ ਜਿਹੜੀ ਹੁੰਦੀ ਆ, ਰੇਸ਼ੀਓ ਹੁੰਦੀ ਆ ਕੋਈ ਚੀਜ਼ ਕਿੰਨੀ ਕਾ ਜਾਂ ਕਿੰਨਾ ਉਹਦਾ ਹਿੱਸਾ ਆ, ਠੀਕ ਹੈ। ਫੋਰ ਐਗਜ਼ਾਮਪਲ ਇਹ ਪੂਰਾ ਪੇਜ ਮੇਰੇ ਸਾਹਮਣੇ ਪਿਆ ਆ, ਠੀਕ ਹੈ। ਇਸ ਪੇਜ ਨੂੰ ਮੈਂ 3 ਹਿੱਸਿਆਂ 'ਚ ਡਿਵਾਈਡ ਕਰਦਾ, ਮੈਂ ਕੀ ਕਹੂੰਗੀ, ਮੈਂ ਇਹਨੂੰ ਕਹੂੰਗੀ ਕਿ ਪੇਜ ਦਾ ਮੰਨ ਲਓ ਕਿ ਤੀਜਾ ਹਿੱਸਾ ਇੰਨਾ ਹੁੰਦਾ ਆ, ਅਤੇ ਮੈਂ ਕਹੂੰਗੀ ਕਿ ਇਹ ਰੇਸ਼ੀਓ ਆ ਇੱਕ ਪੇਜ ਦੀ। ਮੈਂ ਕੀ ਰੇਸ਼ੀਓ ਲਿਖੂੰਗੀ, 1/3 ਪਾਰਟ ਆਫ ਆ ਪੇਜ, ਠੀਕ ਹੈ। ਫਸਟ ਪੂਰਾ ਪਾਰਟ ਇਹਨੂੰ ਕਹਾਂਗੇ, ਜਦੋਂ ਮੇਰੇ 3 ਟੁਕੜੇ ਬਰਾਬਰ ਹਿੱਸਿਆਂ 'ਚ ਕਰਤੇ ਮੈਂ ਕਹੂੰਗੀ 1/3 ਪਾਰਟ ਆਫ ਦਾ ਪੇਜ, ਠੀਕ ਹੈ। ਇਸ ਤਰੀਕੇ ਨਾਲ ਤੁਸੀਂ ਇਹ ਕਹਿ ਲਓ ਵਰਡ ਨੂੰ ਸਮਝ ਸਕਦੇ ਹੋ, ਠੀਕ ਹੈ। ਜਿੱਦਾਂ ਇੱਥੇ ਲਿਖਿਆ 3 times a day, ਯਾਨੀ ਦਿਨ 'ਚ 3 ਵਾਰੀ, ਠੀਕ ਹੈ, ਕੋਈ ਕੁਝ ਵੀ ਹੋਵੇ ਜਾਂ ਈਵੈਂਟ ਹੋਵੇ, ਠੀਕ ਹੈ। ਨੈਕਸਟ 5th ਹੈਗਾ ਆ ਐਕਸਕਲਾਮੇਸ਼ਨ ਦਾ ਤੁਹਾਨੂੰ ਵੀ ਪਤਾ ਹੈ ਕਿ ਜਿਸ 'ਚ ਹੈਰਾਨੀ ਜਤਾਈ ਜਾਂਦੀ ਹੈ ਕਿਸੇ ਵੀ ਚੀਜ਼ ਦੀ, ਜਾਂ ਸਰਪ੍ਰਾਈਜ਼ ਜਾਂ ਸੈਡਨੈਸ, ਕੋਈ ਵੀ ਸਡਨ ਫੀਲਿੰਗ ਜਿਹੜੀ ਸਾਡੀ ਐਕਸਪ੍ਰੈਸ ਹੁੰਦੀ, ਦੈਟ ਇਜ਼ ਕਾਲਡ ਐਕਸਕਲਾਮੇਸ਼ਨ, ਰਾਈਟ। ਹੁਣ ਇਹ 'ਚ ਕਹਿੰਦੇ ਕਿ ਜਿਹੜੇ ਐਕਸਕਲਾਮੇਟਰੀ ਵਰਡਸ ਸਿੰਗੂਲਰ ਹੋਣ ਅਤੇ ਕਾਊਂਟ ਕੀਤੇ ਜਾ ਸਕਦੇ ਹੋਣ, ਉਹਨਾਂ ਨਾਲ ਵਰਤੇ ਜਾਂਦੇ ਏ ਐਂਡ ਐਨ। ਜਿੱਦਾਂ ਮੈਂ ਕਹਾਂ ਵਟ ਅ ਕੋਲਡ ਡੇ, ਠੀਕ ਹੈ, ਵਟ ਅ ਹੈਂਡਸਮ ਬੋਏ, ਅਤੇ ਇਹਨਾਂ ਨਾਲ ਕੀ ਯੂਜ਼ ਹੋ ਰਿਹਾ, ਅਤੇ ਠੀਕ ਹੈ। ਨੈਕਸਟ ਹੈਗੇ ਆ ਡੈਫੀਨੇਟ ਮਤਲਬ ਦ ਜਿਹੜਾ ਆਰਟੀਕਲ ਹੈ। ਫਸਟ ਹੈਗਾ 1 in ਯੂਨੀਵਰਸ, ਦੁਨੀਆ 'ਚ ਜਿਹੜੀ ਚੀਜ਼ ਸਿਰਫ ਇੱਕ ਹੀ ਆ, ਜਿੱਦਾਂ ਮੈਂ ਕਹਾਂ ਦਾ ਸਨ, ਦਾ ਅਰਥ, ਦਾ ਮੂਨ, ਠੀਕ ਹੈ, ਉਹਨਾਂ ਲਈ ਵਰਤਿਆ ਜਾਂਦਾ ਆ। ਸੈਕਿੰਡ ਟਾਈਮ ਆਫ ਨਾਊਨ ਮੈਂਸ਼ਨਡ, ਜਿਹੜਾ ਸੈਕਿੰਡ ਪੁਆਇੰਟ ਹੈ ਬੱਚੇ, ਉਹਦੇ ਲਈ ਇਹ ਵਾਲਾ ਸੈਂਟੈਂਸ ਸੀਗਾ, ਦ ਬੋਏ ਵੈਂਟ ਫॉर ਅ ਵਾਕ, ਦ ਬੋਏ ਕੇਮ ਬੈਕ ਸੂਨ। ਦੂਸਰੀ ਵਾਰੀ ਜਦੋਂ ਆਪਾਂ ਕਿਸੇ ਵੀ ਚੀਜ਼ ਬਾਰੇ ਗੱਲ ਕਰਦੇ ਹਾਂ ਉਦੋਂ ਵੀ ਦ ਯੂਜ਼ ਕਰਦੇ ਹਾਂ। ਨੈਕਸਟ ਹੈਗਾ ਫॉर ਅ ਪਰਟੀਕੂਲਰ ਪਰਸਨ ਔਰ ਥਿੰਗ, ਜਿਹਨੂੰ ਆਪਾਂ ਜਾਣਦੇ ਹੋਈਏ ਜਾਂ ਸਾਡੇ ਲਈ ਖਾਸ ਹੋਵੇ, ਡੈਫੀਨੇਟ ਹੋਵੇ, ਉਹਦੇ ਲਈ ਕੋਈ ਖਾਸ ਚੀਜ਼ ਜਾਂ ਕੋਈ ਖਾਸ ਪਰਸਨ ਹੋਵੇ ਅਤੇ ਉਹਦੇ ਲਈ ਆਪਾਂ ਦ ਯੂਜ਼ ਕਰਾਂਗੇ। ਸੁਪਰਲੇਟਿਵ ਐਡਜੈਕਟਿਵ ਦੀਆਂ ਡਿਗਰੀਜ਼ ਹੁੰਦੀਆਂ ਆ, ਜਿੱਦਾਂ ਮੈਂ ਕਹਾਂ ਗੁੱਡ, ਬੈਟਰ, ਬੈਸਟ, ਤੀਸਰੀ ਜਿਹੜੀ ਹੁੰਦੀ ਆ, ਜਿੱਦਾਂ ਮੈਂ ਕਹਾਂ ਬਿਗ, ਬਿਗਰ, ਬਿਗੈਸਟ, ਇਹਨਾਂ ਨਾਲ ਦ ਯੂਜ਼ ਹੁੰਦਾ ਆ। ਨਾਊਨ ਰਿਪਰੈਜ਼ੈਂਟਸ ਆ ਕਲਾਸ, ਇੱਕ ਚੀਜ਼ ਜਿਹੜੀ ਪੂਰੀ ਦੀ ਪੂਰੀ ਜਾਤੀ ਨੂੰ ਬਿਆਨ ਕਰਦੀ ਆ, ਠੀਕ ਹੈ। ਅਗਰ ਮੈਂ ਕੁੱਤੇ ਦੀ ਗੱਲ ਕਰ ਰਹੀ ਹਾਂ ਤਾਂ ਮੈਂ ਸਾਰੇ ਕੁੱਤਿਆਂ ਦੀ ਗੱਲ ਕਰ ਰਹੀ ਹਾਂ। ਅਗਰ ਮੈਂ ਇੱਕ ਗਾਂ ਦੀ ਗੱਲ ਕਰ ਰਹੀ ਹਾਂ ਤਾਂ ਸਾਰੀਆਂ ਗਾਵਾਂ ਹੀ ਉਹ 'ਚ ਹੋਣਗੀਆਂ। ਇੱਥੇ ਜਿੱਦਾਂ ਗੱਲ ਕੀਤੀ ਗਈ ਆ ਦਾ ਕਾਓ ਹੈਜ਼ ਹੌਰਨਸ, ਮਤਲਬ ਕਿ ਕਾਓ ਦੇ ਜਿਹੜੇ ਉਹ ਹੌਰਨਸ ਹੁੰਦੇ ਆ, ਅਤੇ ਇੱਥੇ ਫਿਰ ਆਪਾਂ ਇਹ ਵੀ ਕਹਿ ਸਕਦੇ ਹਾਂ ਆਲ ਕਾਊਜ਼ ਹੈਵ ਹੌਰਨ। ਇਹਦਾ ਮਤਲਬ ਇਵੇਂ ਨਿਕਲ ਰਿਹਾ ਕਿ ਮਤਲਬ ਹਰ ਗਾਂ ਦੇ ਹੌਰਨਸ ਹੁੰਦੇ ਆ, ਠੀਕ ਹੈ। 6th ਵਿੱਚ ਗੱਲ ਕਰ ਰਹੀ ਆ ਨਦੀਆਂ ਦੇ ਨਾਮ ਹੋਣ, ਸਮੁੰਦਰਾਂ ਦੇ, ਮਾਊਂਟੇਨ ਪੀਕਸ ਦਾ ਨਾਮ ਹੋਵੇ, ਚੇਨਸ ਦਾ ਜਾਂ ਰੇਂਜਿਸ ਦਾ ਨਾਮ ਹੋਵੇ, ਉਹਨਾਂ ਨਾਲ ਵੀ ਦ ਯੂਜ਼ ਹੁੰਦਾ। ਇੱਥੇ ਗੱਲ ਕੀਤੀ ਪਲੂਰਲ ਨੇਮ ਆਫ ਕੰਟਰੀ, ਪਲੂਰਲ ਦਾ ਮਤਲਬ ਹੁੰਦਾ ਜਿਸ 'ਚ ਜ਼ਿਆਦੀਆਂ ਚੀਜ਼ਾਂ ਆਉਣ। USA ਯੂਨਾਈਟਿਡ ਸਟੇਟਸ ਆਫ ਅਮੈਰੀਕਾ, ਦੈਨ UAE ਯੂਨਾਈਟਿਡ ਅਰਬ ਐਮੀਰੇਟਸ, ਐਂਡ UK ਇਜ਼ ਯੂਨਾਈਟਿਡ ਕਿੰਗਡਮਸ। UK ਦੇ ਵਿੱਚ ਆਪਾਂ ਕਹਿ ਲਓ ਕਿ ਇਕੱਲਾ ਇੰਗਲੈਂਡ ਨਹੀਂ ਹੁੰਦਾ, ਉਹ 'ਚ ਵੇਲਜ਼, ਸਕਾਟਲੈਂਡ
ਤੇ ਇੱਕ ਕੰਟਰੀ ਹੋਰ ਆ, 4 ਕੰਟਰੀਜ਼ ਵਿੱਚ ਆਉਂਦੀਆਂ ਆ, ਤੇ ਤੋਂ ਆਪਾਂ UK ਕਹਿੰਦੇ ਆ। ਮਤਲਬ ਕਿ ਕੰਟਰੀਜ਼ ਨੂੰ ਇਕੱਠਾ ਮਿਲਾ ਕੇ ਜਿਹੜਾ ਇੱਕ ਨਾਮ ਦਿੱਤਾ ਜਾਂਦਾ ਆ, ਉਹ ਹੈਗਾ USA, ਯੂਨਾਈਟਿਡ ਅਰਬ ਐਮੀਰੇਟਸ ਐਂਡ UK। ਠੀਕ ਹੈ, ਤੇ ਇਹਨਾਂ ਕੰਟਰੀਜ਼ ਦੇ ਨਾਲ ਜਾਂ ਫੋਰ ਮੈਂ ਤੁਹਾਨੂੰ ਸਿੰਪਲੀ ਤੁਹਾਨੂੰ ਪੰਜਾਬੀ 'ਚ ਦੱਸਦਾ, ਜਿੱਦਾਂ ਦੇ ਅੱਗੇ ਯੂਨਾਈਟਿਡ ਆਉਂਦਾ ਆ, ਉੱਥੇ ਤੁਸੀਂ ਦ ਲਗਾਓਗੇ। ਠੀਕ ਹੈ, ਇੱਕ ਫਿਲਮ ਸੀਗੀ ਇੰਗਲਿਸ਼ ਉਹਦੇ 'ਚ ਸ਼੍ਰੀਦੇਵੀ ਇੰਨੀ ਗੱਲ ਕਹਿੰਦੀ ਆ ਕਿ ਆਪਾਂ ਦ ਇੰਡੀਆ ਕਿਉਂ ਨਹੀਂ ਕਹਿੰਦੇ, ਦ USA ਕਿਉਂ ਹੁੰਦਾ ਆ, ਜਾਂ ਦ ਯੂਨਾਈਟਿਡ ਸਟੇਟਸ ਆਫ ਅਮੈਰੀਕਾ ਕਿਉਂ ਹੁੰਦਾ ਆ। ਰੀਜ਼ਨ ਇਹੀ ਆ ਕਿਉਂਕਿ ਇਹਨਾਂ ਦੇ ਅੱਗੇ ਯੂਨਾਈਟਿਡ ਲੱਗਦਾ ਆ, ਇਹ 'ਚ ਇੱਕ ਰਾਜ ਨਹੀਂ ਹੁੰਦਾ, ਇਹ 'ਚ ਕਿੰਨੇ ਰਾਜ ਆ ਜਾਂਦੇ ਆ। ਠੀਕ ਹੈ, 7th ਹੈਗਾ ਮਿਊਜ਼ੀਕਲ ਇੰਸਟਰੂਮੈਂਟਸ, ਹਾਰਮੋਨੀਅਮ, ਗਿਟਾਰ, ਸਿਤਾਰ ਐਂਡ ਤਬਲਾ, ਕੋਈ ਵੀ ਜਿਹੜੇ ਮਿਊਜ਼ੀਕਲ ਇੰਸਟਰੂਮੈਂਟਸ ਉਹਨਾਂ ਨਾਲ ਵੀ ਦ ਲੱਗੇਗਾ। ਲਾਸਟ ਵਨ ਇਜ਼ ਰਿਪਰੈਜ਼ੈਂਟਸ ਅ ਕਲਾਸ ਆਫ ਅ ਪਰਸਨ, ਮਤਲਬ ਕਿ ਇੱਕ ਆਦਮੀ ਜਿਹੜਾ ਵਾ ਪੂਰੀ ਦੀ ਪੂਰੀ ਜਾਤੀ ਨੂੰ ਜਿਹੜਾ ਵਾ ਰਿਪਰੈਜ਼ੈਂਟ ਕਰ ਰਿਹਾ ਆ। ਮੈਂ ਜਿੱਦਾਂ ਕਹਾਂ ਦਾ ਓਲਡ, ਇਹਦੇ ਵਿੱਚ ਜਿਹੜੀ ਬਜ਼ੁਰਗ ਲੋਕ ਸਾਰੇ ਆ ਜਾਣਗੇ, ਦ ਯੰਗ ਇਹ 'ਚ ਜਵਾਨ ਲੋਕ ਸਾਰੇ ਆ ਜਾਣਗੇ। ਸੋ ਇਸ ਤਰੀਕੇ ਨਾਲ ਇਹ ਕੁਝ ਵਰਡਸ ਆ ਜਿਨ੍ਹਾਂ ਨਾਲ ਆਪਾਂ ਦ ਯੂਜ਼ ਕਰ ਸਕਦੇ ਹਾਂ। ਆਈ ਹੋਪ ਤੁਹਾਨੂੰ ਆਰਟੀਕਲਸ ਜਿਹੜਾ ਪੂਰੇ ਦਾ ਪੂਰਾ ਅੰਡਰਸਟੈਂਡ ਹੋ ਗਿਆ ਹੋਏਗਾ।